morning, students. Today we do foreign exchange rate topic disequilibrium conditions. Disequilibrium conditions means असंतुलन ਦੀਆਂ ਸਥਿਤੀਆਂ। असंतुलन ਦੀਆਂ ਸਥਿਤੀਆਂ ਵਿਦੇਸ਼ੀ ਵਟਾਂਦਰਾ ਦਰ ਦੇ ਨਿਰਧਾਰਨ ਦੇ ਵਿੱਚ ਪਾਈਆਂ ਜਾਂਦੀਆਂ ਨੇ ਜਦੋਂ ਕਿਉਂਕਿ ਵਿਦੇਸ਼ੀ ਵਟਾਂਦਰਾ ਦਰ ਡਿਮਾਂਡ ਐਂਡ ਸਪਲਾਈ ਮੀਨਸ ਮੰਗ ਅਤੇ ਪੂਰਤੀ ਤੇ ਡਿਪੈਂਡ ਕਰਦੀ ਹੈ ਤੇ ਮੰਗ ਅਤੇ ਪੂਰਤੀ ਹਮੇਸ਼ਾ ਵੱਧਦੀਆਂ ਘਟਦੀਆਂ ਰਹਿੰਦੀਆਂ ਜਿਸ ਕਰਕੇ डिसइक्विलिब्रियम ਦੀ ਕੰਡੀਸ਼ਨ ਕ੍ਰੀਏਟ ਹੁੰਦੀ ਹੈ। ਕਿਉਂ ਹੁੰਦੀ ਹੈ? ਕਿਉਂਕਿ ਜਦੋਂ ਡਿਮਾਂਡ ਔਰ ਸਪਲਾਈ ਇਨਕਰੀਜ਼ ਔਰ ਡਿਕਰੀਜ਼ ਹੁੰਦੀਆਂ ਨੇ ਤਾਂ ਉਹਦੇ ਨਾਲ ਫੋਰਨ ਐਕਸਚੇਂਜ ਰੇਟ 'ਤੇ ਇਫੈਕਟ ਪੈਂਦਾ। ਫੋਰਨ ਐਕਸਚੇਂਜ ਰੇਟ ਵੀ ਵੱਧਦੀ ਜਾਂ ਘਟਦੀ ਰਹਿੰਦੀ ਹੈ। ਫਸਟ ਆਫ ਆਲ ਆਪਾਂ ਸਭ ਤੋਂ ਪਹਿਲਾਂ ਇਹ ਪੁਆਇੰਟ ਕਰਨਾ ਹੈ ਵੈਨ ਡਿਮਾਂਡ ਇਨਕਰੀਜ਼ਿਜ਼ ਔਰ ਡਿਕਰੀਜ਼ਿਜ਼। ਫਿਰ ਜਦੋਂ ਡਿਮਾਂਡ ਇਨਕਰੀਜ਼ ਹੁੰਦੀ ਆ ਜਾਂ ਡਿਮਾਂਡ ਡਿਕਰੀਜ਼ ਹੁੰਦੀ ਆ, ਡਿਮਾਂਡ ਵੱਧਦੀ ਆ ਜਾਂ ਡਿਮਾਂਡ ਘਟਦੀ ਆ ਤਾਂ ਆਪਣੀ ਡਿਮਾਂਡ ਕਰਵ ਕਿੱਧਰ ਸ਼ਿਫਟ ਕਰਦੀ ਹੈ। ਠੀਕ ਹੈ, ਦੇਖੋ ਐਕਸ ਐਕਸਿਸ 'ਤੇ ਆਪਾਂ ਡਿਮਾਂਡ ਐਂਡ ਸਪਲਾਈ ਆਫ ਫੋਰਨ ਐਕਸਚੇਂਜ ਰੇਟ ਐਂਡ ਵਾਈ ਐਕਸਿਸ 'ਤੇ ਪ੍ਰਾਈਸ, ਦੋਨੋਂ ਕੰਟਰੀ ਦੀ ਕਰੰਸੀਜ਼ ਦੀ ਪ੍ਰਾਈਸ ਲਵਾਂਗੇ। ਠੀਕ ਹੈ, डी की है डिमांड कर्व ਮੰਗ ਵਕਰ ਔਰ SS ਸਪਲਾਈ ਕਰਵ ਪੂਰਤੀ ਵਕਰ। ਇੱਥੇ ਪੂਰਤੀ ਨੂੰ ਸਥਿਰ ਮੰਨਿਆ ਜਾਊਗਾ, ਪੂਰਤੀ ਦੇ ਵਿੱਚ ਸਪਲਾਈ ਦੇ ਵਿੱਚ ਕੋਈ ਚੇਂਜਿਸ ਨਹੀਂ ਆਉਣਗੀਆਂ, ਓਨਲੀ ਡਿਮਾਂਡ ਕਰਵ ਸ਼ਿਫਟ ਕਰੂਗੀ। ਜਦੋਂ ਡਿਮਾਂਡ ਦੇ ਵਿੱਚ ਇਨਕਰੀਜ਼ ਹੋਊਗਾ, ਵਾਧਾ ਹੋਊਗਾ ਤਾਂ DD ਕਰਵ ਇਨਕਰੀਜ਼ ਹੋ ਕੇ D1 ਬਣ ਜੂਗੀ। ਠੀਕ ਹੈ, ਤੇ DD ਕਰਵ ਤੋਂ ਸ਼ਿਫਟ ਉੱਪਰ ਵੱਲ ਨੂੰ ਸ਼ਿਫਟ ਕਰੂਗੀ ਤੇ D1 ਕਰਵ ਬਣ ਜੂਗੀ। ਜਦੋਂ ਡਿਮਾਂਡ ਇਨਕਰੀਜ਼ ਹੋਊਗੀ ਤਾਂ ਉੱਪਰ ਨੂੰ ਸ਼ਿਫਟ ਕਰੂਗੀ ਤੇ ਜਦੋਂ ਡਿਮਾਂਡ ਕਰਵ ਡਿਕਰੀਜ਼ ਹੋਊਗੀ ਤਾਂ ਇਹ ਡਾਊਨਵਰਡ ਸ਼ਿਫਟ ਕਰੂਗੀ। DD ਤੋਂ D2 ਹੋ ਜੂਗੀ ਜਦੋਂ ਡਿਮਾਂਡ ਡਿਕਰੀਜ਼ ਕਰੂਗੀ, ਘਟੂਗੀ। ਡਿਮਾਂਡ ਕਰਵ ਵਧਣ ਦੇ ਨਾਲ ਇਹਨੇ ਉੱਪਰ ਨੂੰ ਸ਼ਿਫਟ ਕਰਨਾ ਔਰ ਜਦੋਂ ਡਿਮਾਂਡ ਘਟਣੀ ਆ ਤਾਂ ਡਿਮਾਂਡ ਕਰਵ ਨੇ ਡਾਊਨਵਰਡ ਸ਼ਿਫਟ ਕਰਨਾ, ਥੱਲੇ ਸਾਈਡ ਸ਼ਿਫਟ ਕਰੂਗੀ। ਠੀਕ ਹੈ, ਸੈਕਿੰਡ ਵੈਨ ਸਪਲਾਈ ਇਨਕਰੀਜ਼ਿਜ਼ ਔਰ ਡਿਕਰੀਜ਼ਿਜ਼। ਜਦੋਂ ਸਪਲਾਈ ਦੇ ਵਿੱਚ ਇਨਕਰੀਜ਼ ਜਾਂ ਡਿਕਰੀਜ਼ ਹੁੰਦਾ, ਪੂਰਤੀ ਵੱਧਦੀ ਹੈ ਜਾਂ ਘਟਦੀ ਹੈ ਤਾਂ ਪੂਰਤੀ ਕਰਵ ਸਪਲਾਈ ਵਕਰ ਕਰਵ ਹੈ ਜਿਹੜੀ ਉਹ ਉੱਪਰ ਨੂੰ ਸ਼ਿਫਟ ਕਰੂਗੀ ਜਾਂ ਥੱਲੇ ਨੂੰ ਕਰੂਗੀ ਇਨਕਰੀਜ਼ ਔਰ ਡਿਕਰੀਜ਼ ਹੋਣ ਦੇ ਨਾਲ। ਸੇਮ ਇੱਦਾਂ ਹੀ ਐਕਸ ਐਕਸਿਸ ਔਰ ਵਾਈ ਐਕਸਿਸ। ਐਕਸ ਐਕਸਿਸ 'ਤੇ ਡਿਮਾਂਡ ਐਂਡ ਸਪਲਾਈ ਆਫ ਫੋਰਨ ਐਕਸਚੇਂਜ ਰੇਟ and y-axis the price of both countries currency. DD demand curve and SS supply curve. D1 ਤਾਂ curve ਹੀ ਹੈ ਜਦੋਂ demand increase ਕਰਦੀ ਹੈ। ਓਕੇ, ਨੈਕਸਟ ਹੁਣ ਆਪਾਂ ਜੋ ਮੇਨ ਹੈ ਆਪਣਾ ਸਪਲਾਈ ਕਰਵ ਦੇਖਣੀ ਹੈ ਕਿ ਸਪਲਾਈ ਕਰਵ ਇਨਕਰੀਜ਼ ਜਾਂ ਡਿਕਰੀਜ਼ ਕਰਨ ਦੇ ਨਾਲ ਉੱਪਰ ਨੂੰ ਸ਼ਿਫਟ ਕਰਦੀ ਹੈ ਜਾਂ ਡਾਊਨਵਰਡ ਸ਼ਿਫਟ ਕਰਦੀ ਹੈ। ਸਪਲਾਈ ਕਰਵ ਆ ਜਿਹੜੀ ਉਹ ਜਦੋਂ ਸਪਲਾਈ ਦਾ ਪ੍ਰਾਈਸ ਦੇ ਨਾਲ ਪੋਜ਼ੀਟਿਵ ਰਿਲੇਸ਼ਨ ਹੈ ਕਿ ਸਪਲਾਈ ਜਿਵੇਂ ਜਿਵੇਂ ਪੂਰਤੀ 'ਚ ਵਾਧਾ ਹੁੰਦਾ ਤਾਂ ਕੀਮਤ ਵਿੱਚ ਵੀ ਵਾਧਾ ਹੋਣ ਦੇ ਨਾਲ ਨਾਲ ਪੂਰਤੀ ਵਿੱਚ ਵੀ ਵਾਧਾ ਹੁੰਦਾ। ਸੋ ਜਦੋਂ ਸਪਲਾਈ ਕਰਵ ਹੈ ਇਨਕਰੀਜ਼ ਕਰੂਗੀ ਤਾਂ ਇਹ ਡਾਊਨਵਰਡ ਸ਼ਿਫਟ ਕਰੂਗੀ। ਡਿਮਾਂਡ ਕਰਵ ਉੱਪਰ ਨੂੰ ਸ਼ਿਫਟ ਕਰਦੀ ਹੈ ਬਟ ਸਪਲਾਈ ਕਰਵ ਡਾਊਨਵਰਡ ਸ਼ਿਫਟ ਕਰੂਗੀ ਸਪਲਾਈ ਇਨਕਰੀਜ਼ ਹੋਣ ਦੇ ਨਾਲ, ਵਧਣ ਦੇ ਨਾਲ। ਜਦੋਂ ਸਪਲਾਈ ਡਿਕਰੀਜ਼ ਹੋਊਗੀ ਤਾਂ ਇਹਨੇ ਉੱਪਰ ਨੂੰ ਸ਼ਿਫਟ ਕਰਨਾ ਹੈ ਤਾਂ ਜਦੋਂ ਇਨਕਰੀਜ਼ ਹੋਈ SS ਕਰਵ shift to downward and becomes S1 when supply decreases then SS curve becomes S2 and shifts to upwards। ਠੀਕ ਹੈ, ਜਦੋਂ ਇਨਕਰੀਜ਼ ਹੋਈ ਤਾਂ ਥੱਲੇ ਨੂੰ ਸ਼ਿਫਟ ਕੀਤੀ ਤੇ ਜਦੋਂ ਡਿਕਰੀਜ਼ ਹੋਈ ਤਾਂ ਉੱਪਰ ਨੂੰ ਸ਼ਿਫਟ ਕੀਤੀ। ਠੀਕ ਹੈ, ਇਹ ਦੋਨੋਂ ਜਸਟ ਇਹ ਸਮਝਾਉਣ ਦੇ ਲਈ ਸੀ ਕਿ ਤੁਹਾਨੂੰ ਮੰਗ ਵਕਰ ਤੇ ਪੂਰਤੀ ਵਕਰ ਦਾ ਪਤਾ ਲੱਗ ਜਾਵੇ ਕਿ ਜਦੋਂ ਪੂਰਤੀ ਵੱਧਦੀ ਹੈ ਤਾਂ ਕਿਸ ਸਾਈਡ ਨੂੰ ਸ਼ਿਫਟ ਹੁੰਦੀ ਹੈ ਤੇ ਜਦੋਂ ਮੰਗ ਵੱਧਦੀ ਹੈ ਜਾਂ ਘਟਦੀ ਹੈ ਤਾਂ ਕਿਸ ਪੋਜੀਸ਼ਨ ਵੱਲ ਸ਼ਿਫਟ ਹੁੰਦੀ ਹੈ। ਠੀਕ ਹੈ, ਨੈਕਸਟ ਹੁਣ ਮੇਨ ਟੌਪਿਕ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਗੁੱਡ ਮਾਰਨਿੰਗ ਸਟੂਡੈਂਟਸ, ਨਾਓ we do determination of foreign exchange rate, effects of change in demand and change in supply। ਜੋ ਮੇਨ ਟੌਪਿਕ ਹੈ ਆਪਣਾ ਕਿ ਮੰਗ ਦੇ ਵਿੱਚ ਤਬਦੀਲੀ ਆਉਣ ਨਾਲ ਜਾਂ ਪੂਰਤੀ ਦੇ ਵਿੱਚ ਤਬਦੀਲੀ ਆਉਣ ਦੇ ਨਾਲ ਸਾਡੀ ਜੋ ਵਟਾਂਦਰਾ ਦਰ ਆ ਉਹਦਾ ਨਿਰਧਾਰਨ ਕਿਵੇਂ ਕੀਤਾ ਜਾਊਗਾ ਜਦੋਂ ਮੰਗ ਜਾਂ ਪੂਰਤੀ ਦੇ ਵਿੱਚ ਤਬਦੀਲੀ ਆਉਂਦੀ ਹੈ। ਫਸਟ ਪੁਆਇੰਟ A, ਚੇਂਜ ਇਨ ਡਿਮਾਂਡ। ਮੰਗ ਵਿੱਚ ਤਬਦੀਲੀ ਦੇ ਲਈ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੀ ਹੈਲਪ ਦੇ ਨਾਲ ਅੰਡਰਸਟੈਂਡ ਕਰਾਂਗੇ, ਸਮਝਾਂਗੇ ਕਿ ਵੀ ਟੇਕ ਐਗਜ਼ਾਮਪਲ ਆਫ ਇੰਡੀਅਨ ਰੁਪੀ ਐਂਡ UK ਪਾਊਂਡ।
एग्जाम्पल दे विच आपां इंडियन रुपी ले लिया एंड यूके दा पाउंड। ठीक है, इन्हां दोनों की एक्सचेंज फॉरन एक्सचेंज रेट तय करनी है कि सानू 1 रुपी के बदले किन्ने यूके के पाउंड चाहिए ने, जां यूके के 1 पाउंड लैण दे लई इंडियन करंसी किन्नी चाहिए है, इंडिया के किन्ने रुपीज़ चाहिए। सो इनू आपां एक डायग्राम की हेल्प के नाल समझांगे। देखो एक्स एक्सिस ते आपां डिमांड एंड सप्लाई ऑफ यूके पाउंड ले लिया, क्योंकि आपां फ्लैक्सीबल एक्सचेंज रेट लैने आ तो उहदे लई एक जो है कंट्री की करंसी उहदे नाल डिटर्मीनेशन होगी, तो इसलिए वाई एक्सिस ते असी प्राइस लै ली इंडिया के रुपीज़ ते पाउंड की, दोनों कंट्रीज़ की करंसी की प्राइस लै ली, तो इत्थे डिमांड एंड सप्लाई ऑफ यूके पाउंड एंड रुपी। ठीक है, नैक्सट डी डी की है डिमांड कर्व मंग वकर, एस एस सप्लाई कर्व पूर्ति वकर। हुण आपां मंग विच तब्दीली करनी है, मंग दे विच तब्दीली करनी है, तो आपां मन लो सपोज करते हैं कि मंग दे विच वाधा हो गया, आपां सपोज किया कि मंग दे विच वाधा हो गया, तो डी डी कर्व शिफ्ट होगी अपवर्ड्स एंड बिकम्स D1 D1। सो जदों अपनी डिमांड कर्व और सप्लाई कर्व आपस दे विच कट करदियां सी, जिहड़े पॉइंट ते इंटरसैक्ट करदियां सी, तां उत्थे OR एक्सचेंज रेट डिटरमिन की गई सी, ते OQ डिमांड एंड सप्लाई सी दोनों कंट्रीज़ की करंसी। ठीक है, तो उत्थे फॉरन एक्सचेंज रेट OR तय की गई सी, पर जदों मंग दे विच तब्दीली होण दे नाल डिमांड कर्व हुण D1 D1 होगी, बट सप्लाई दे विच कोई चेंजिस ना होण करके सप्लाई SS कर्व ही रही। सो हुण आपां डिमांड कर्व नूं नहीं लैके चलना, डी डिमांड कर्व नूं नहीं लैके चलना, D1 D1 डिमांड कर्व नूं लैके चलांगे। तो ये दोनों D1 D1 और SS कर्व जिहड़े पॉइंट ते कट कीते उत्थे सप्लाई और डिमांड OQ1 होगी, और फॉरन एक्सचेंज रेट OR तो इंक्रीज होके OR1 होगी, जिहड़ी कि डिटरमाइन हुई है मंग दे विच तब्दीली होण दे नाल। सो जदों मंग दे विच वाधा हुंदा है तां विदेशी वटांदरा दर वध के OR तो वध के कितनी हो जाती है OR1। ठीक है, नाउ एक्सप्लेनेशन डी की है डिमांड कर्व है, मंग वक्र है, SS पूर्ति वक्र है। When demand increases then DD shifts to right at D1 D1। मैं थोनों पहला ही डायग्राम दे विच दसदा कि जदों डिमांड कर्व शिफ्ट करती है तो वो अपवर्ड्स जाती है राइट साइड नूं अपवर्ड जाती है, तो D1 D1 बन जाती है। सो एक्सचेंज रेट राइजेस फ्रॉम OR टू OR1, एक्सचेंज रेट OR तो OR1 होगी। ठीक है, it means that more rupees will be required to buy 1 UK pound। सानू यूके दा 1 पाउंड लैण दे लई ज़्यादा रुपीज़ चाहिए ने, रुपीज़ सानू ज़्यादा क्वांटिटी दे विच चाहिए ने, क्योंकि एक्सचेंज रेट की होगी वध गई, यूके दे करंसी दे लई सानू इंडिया दे ज़्यादा रुपीज़ देने पैने ने, क्योंकि एक्सचेंज रेट OR तो वध के OR1 होगी। जे इत्थे एक्सचेंज रेट घटदी तां साडी करंसी दी सानू लैस क्वांटिटी देनी पैनी सी यूके दा 1 पाउंड लैण दे लई। This means that Indian rupee is depreciating। Depreciating means घटी, वैल्यू का घटना। डेप्रीशिएट हो जाना मीनस किसी भी चीज़ की वैल्यू का घट जाना। इसका मीनिंग ये होया कि इंडिया का जो रूपी आ उसकी डेप्रीशिएटिंग होगी, उसकी वैल्यू घट गई। वैल्यू घट गई मीनस सानू यूके का 1 पाउंड लैण दे लई मान लो 1 यूके पाउंड के बदले सानू 50 रुपीज़ देने पैंदे ने, ते जे सानू उही 1 यूके पाउंड लैण दे लई एक्सचेंज रेट जो पहला तय हुई सी 1 यूके पाउंड के लिए 50 रुपीज़ सी, ते हुण 70 रुपीज़ हो गई, तो एक्सचेंज रेट इत्थे वध गई। इसदा मीनिंग ये नहीं कि 1 यूके के लिए 70 रुपीज़ तो सानू फायदा नहीं, सानू नुकसान होगा, क्योंकि जदों असीं एक्सपोर्ट करना है जां इंपोर्ट करना है तो उहदे बदले सानू इंडिया की करंसी ज़्यादा पे करनी पैनी है, तो जदों असीं एक्सपोर्ट करना है रिसीव करनी है तो सानू दूसरी कंट्री की करंसी नूं घट च रिसीव करना पैना है, क्योंकि साडे रुपीज़ उधर ज़्यादा जा रहे हैं, वैल्यू ज़्यादा है। ठीक है, तो इत्थे सिर्फ
ਡੈਪਰੀਸ਼ੀਏਟ ਹੋਈ ਆ, ਇੰਡੀਆ ਦਾ ਰੁਪੀ ਜੋ ਹੈ ਉਹ ਘਟ ਗਿਆ ਉਹਦਾ ਮੁੱਲ, ਵੀ ਕੈਨ ਸੇ ਡੈਟ ਦ ਡੋਮੈਸਟਿਕ ਕਰੰਸੀ ਇਜ਼ ਲੈਸ ਵੈਲਿਊਏਬਲ ਐਟ ਪ੍ਰੈਜ਼ੈਂਟ ਦੈਨ ਬਿਫੋਰ। ਕਿ ਜੇ ਇਹਦਾ ਮੀਨਿੰਗ ਇਹ ਹੋਇਆ ਕਿ ਜਿਹੜੀ ਸਾਡੀ ਕਰੰਸੀ ਸੀ ਉਹਦਾ ਮੁੱਲ ਪ੍ਰੈਜ਼ੈਂਟ ਟਾਈਮ ਦੇ ਨਾਲੋਂ ਜੋ ਪਹਿਲਾਂ ਸੀਗਾ ਪ੍ਰੈਜ਼ੈਂਟ ਟਾਈਮ 'ਤੇ ਉਹ ਮੁੱਲ ਘਟ ਗਿਆ, ਕਿਉਂਕਿ ਹੁਣ ਸਾਨੂੰ ਜੋ ਦੂਸਰੇ ਕੰਟਰੀ ਦੀ ਕਰੰਸੀ ਲੈਣ ਦੇ ਲਈ ਜ਼ਿਆਦਾ ਪੇ ਕਰਨੀ ਪੈਂਦੀ ਆ ਆਪਣੀ ਕਰੰਸੀ। ਜਦੋਂ ਆਪਣੀ ਕਰੰਸੀ ਨੂੰ ਦੂਜੇ ਦੇਸ਼ ਦੇ ਵਿੱਚ ਜ਼ਿਆਦਾ ਭੇਜਿਆ ਜਾਊਗਾ, ਜ਼ਿਆਦਾ ਪੇ ਕੀਤਾ ਜਾਊਗਾ, ਤਾਂ ਉਹਦੇ ਨਾਲ ਸਾਡੀ ਕੰਟਰੀ ਦੀ ਕਰੰਸੀ ਦੀ ਵੈਲਿਊ ਘਟ ਜੂਗੀ। ਠੀਕ ਹੈ। ਨੈਕਸਟ, ਚੇਂਜ ਇਨ ਸਪਲਾਈ। ਸੇਮ ਚੇਂਜ ਇਨ ਜੋ ਪ੍ਰੀਵੀਅਸ ਕੀਤਾ ਸੀ ਆਪਾਂ ਚੇਂਜ ਇਨ ਡਿਮਾਂਡ, ਸੇਮ ਇੱਦਾਂ ਹੀ ਕਰਨਾ ਚੇਂਜ ਇਨ ਸਪਲਾਈ। ਇਹਦੇ ਲਈ ਵੀ ਸੇਮ ਆਪਾਂ ਇੰਡੀਅਨ ਰੁਪੀ ਲਵਾਂਗੇ ਐਂਡ ਯੂਕੇ ਪਾਊਂਡ ਲਵਾਂਗੇ। ਠੀਕ ਹੈ। ਇੰਡੀਅਨ ਰੁਪੀ ਐਂਡ ਯੂਕੇ ਪਾਊਂਡ ਸੇਮ ਇੱਦਾਂ ਹੀ ਐਕਸ ਐਕਸਿਸ 'ਤੇ ਡਿਮਾਂਡ ਐਂਡ ਸਪਲਾਈ ਆਫ ਯੂਕੇ ਪਾਊਂਡ, ਵਾਈ ਐਕਸਿਸ 'ਤੇ ਪ੍ਰਾਈਸ ਆਫ ਰੁਪੀਜ਼ ਐਂਡ ਪਾਊਂਡ, ਦੋਨਾਂ ਦੀ ਪ੍ਰਾਈਸ ਲੈ ਲੈਣੀ ਹੈ ਦੋਨੋਂ ਕੰਟਰੀਜ਼ ਦੀ। ਔਰ ਡੀ ਡੀ ਡਿਮਾਂਡ ਕਰਵ ਹੈ, ਐਸ ਐਸ ਸਪਲਾਈ ਕਰਵ ਹੈ, ਡੀ ਡੀ ਮੰਗ ਵਕਰ ਅਤੇ ਐਸ ਐਸ ਪੂਰਤੀ ਵਕਰ। ਠੀਕ ਹੈ। ਹੁਣ ਇਹਦੇ ਵਿੱਚ ਵੀ ਆਪਾਂ ਸਪੋਜ਼ ਕਰਦੇ ਹਾਂ ਕਿ ਸਪਲਾਈ ਕਰਵ ਇਨਕਰੀਜ਼ ਹੁੰਦੀ ਹੈ, ਸਪਲਾਈ ਦੇ ਵਿੱਚ ਵਾਧਾ ਹੁੰਦਾ, ਜੋ ਕਰੰਸੀ ਦੀ ਸਪਲਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਇਨਕਰੀਜ਼ ਹੋ ਗਿਆ, ਵਾਧਾ ਹੋ ਗਿਆ, ਤਾਂ ਐਸ ਐਸ ਕਰਵ ਸ਼ਿਫਟ ਹੋ ਕੇ ਡਾਊਨਵਰਡ ਸ਼ਿਫਟ ਹੋ ਗਈ, S1 ਬਣ ਗਈ। ਠੀਕ ਹੈ। ਐਸ ਐਸ ਤੋਂ S1 ਹੋ ਗਈ। ਤਾਂ ਜਦੋਂ ਡੀ ਡੀ ਕਰਵ ਐਸ ਐਸ 'ਤੇ ਕੱਟ ਕਰਦੀ ਸੀ ਤਾਂ ਉਦੋਂ ਓ ਆਰ ਐਕਸਚੇਂਜ ਰੇਟ ਡਿਟਰਮਿਨ ਕੀਤੀ ਗਈ ਸੀ ਅਤੇ ਓ ਕਿਊ ਡਿਮਾਂਡ ਐਂਡ ਸਪਲਾਈ ਸੀ। ਠੀਕ ਹੈ। ਬਟ ਹੁਣ ਜਦੋਂ ਸਪਲਾਈ ਇਨਕਰੀਜ਼ ਹੋਈ ਤਾਂ ਉਹਦੇ ਨਾਲ ਐਕਸਚੇਂਜ ਰੇਟ ਓ ਆਰ ਤੋਂ ਘਟ ਕੇ OR1 ਰਹਿ ਗਈ। ਬਟ ਡਿਮਾਂਡ ਐਂਡ ਸਪਲਾਈ ਕੀ ਹੋ ਗਈ? ਇਨਕਰੀਜ਼। ਆਪਾਂ ਪਹਿਲਾਂ ਹੀ ਸਪੋਜ਼ ਕੀਤਾ ਹੈ ਕਿ ਸਪਲਾਈ ਇਨਕਰੀਜ਼ ਹੋਣ ਦੇ ਨਾਲ ਸਾਡੀ ਸਪਲਾਈ ਕਰਵ ਡਾਊਨਵਰਡ ਸ਼ਿਫਟ ਕੀਤੀ, ਜਿਹਦੇ ਨਾਲ ਸਾਡੀ ਐਕਸਚੇਂਜ ਰੇਟ ਵੀ ਘਟ ਕੇ OR1 ਬਣ ਗਈ। ਠੀਕ ਹੈ। ਸੋ ਐਕਸਪਲੇਨੇਸ਼ਨ ਦੇ ਵਿੱਚ ਦੇਖੋ, ਡੀ ਡੀ ਡਿਮਾਂਡ ਕਰਵ ਹੈ, ਐਸ ਐਸ ਸਪਲਾਈ ਕਰਵ ਹੈ, ਮੀਨਸ ਮੰਗ ਵਕਰ, ਅਤੇ ਐਸ ਐਸ ਪੂਰਤੀ ਵਕਰ ਹੈ। ਵੈਨ ਸਪਲਾਈ ਇਨਕਰੀਜ਼ਿਸ, ਸਪਲਾਈ ਦੇ ਵਿੱਚ ਜਦੋਂ ਵਾਧਾ ਹੋਇਆ, ਦੈਨ ਐਸ ਐਸ ਸ਼ਿਫਟਸ ਟੂ S1 ਐਸ ਐਸ ਕਰਵ ਸ਼ਿਫਟ ਹੋ ਗਈ S1 ਦੀ ਰਾਈਟ ਸਾਈਡ, and exchange rate falls from OR to OR1 and supply has increased from OQ to OQ1। ਐਕਸਚੇਂਜ ਰੇਟ ਤਾਂ ਆਪਣੀ ਵਧੀ ਹੀ, ਐਕਸਚੇਂਜ ਰੇਟ ਤਾਂ ਸੌਰੀ ਘਟੀ ਆਪਣੀ OR ਤੋਂ OR1 ਹੋ ਗਈ, ਬਟ ਸਪਲਾਈ ਆਪਣੀ ਕੀ ਹੋਈ ਸੀ OQ ਤੋਂ OQ1 ਹੋਣ ਦੇ ਨਾਲ ਸਾਡੀ ਐਕਸਚੇਂਜ ਰੇਟ OR ਤੋਂ OR1 ਹੋ ਗਈ। ਠੀਕ ਹੈ। ਇਟ ਮੀਨਸ ਡੈਟ ਲੈਸ ਰੁਪੀ ਵਿਲ ਬੀ ਰਿਕੁਆਇਰਡ ਟੂ ਬਾਈ 1 UK ਪਾਊਂਡ। ਇਹਦਾ ਮੀਨਿੰਗ ਕੀ ਹੋਇਆ ਕਿ ਜਦੋਂ ਅਸੀਂ UK ਦਾ 1 ਪਾਊਂਡ ਲੈਣਾ ਤਾਂ ਸਾਨੂੰ ਉਹਦੇ ਬਦਲੇ ਇੰਡੀਆ ਦੀ ਘੱਟ ਕਰੰਸੀ ਪੇ ਕਰਨੀ ਪੈਣੀ ਹੈ। ਠੀਕ ਹੈ। ਦਿਸ ਮੀਨਸ ਡੈਟ ਇੰਡੀਅਨ ਰੁਪੀ ਇਜ਼ ਐਪਰੀਸ਼ੀਏਟ ਕੀਤਾ ਗਿਆ। ਹੁਣ ਇੰਡੀਅਨ ਕਰੰਸੀ ਦੀ ਵੈਲਿਊ ਕੀ ਹੋ ਗਈ? ਵੱਧ ਗਈ, ਵੈਲਿਊ ਇਨਕਰੀਜ਼ ਹੋਈ, ਐਪਰੀਸ਼ੀਏਸ਼ਨ ਮਿਲੀ ਉਹਨੂੰ। ਵੀ ਕੈਨ ਸੇ ਡੈਟ ਡੋਮੈਸਟਿਕ ਕਰੰਸੀ ਇਜ਼ ਮੋਰ ਵੈਲਿਊਏਬਲ ਦੈਨ ਬਿਫੋਰ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਡੋਮੈਸਟਿਕ ਕਰੰਸੀ ਹੈ, ਇੰਡੀਆ ਦੀ ਕਰੰਸੀ ਹੈ, ਘਰੇਲੂ ਕਰੰਸੀ ਹੈ, ਘਰੇਲੂ ਰੁਪੀਜ਼ ਨੇ ਜੋ, ਇਜ਼ ਮੋਰ ਵੈਲਿਊਏਬਲ, ਉਹਨਾਂ ਦੀ ਵੈਲਿਊ ਜ਼ਿਆਦਾ ਹੋ ਗਈ ਦੈਨ ਬਿਫੋਰ, ਪਹਿਲਾਂ ਦੇ ਨਾਲੋਂ ਉਹਦੀ ਵੈਲਿਊ ਜ਼ਿਆਦਾ ਵੱਧ ਗਈ। ਠੀਕ ਹੈ। ਹੁਣ ਜਦੋਂ ਮੰਨ ਲਓ ਇਹਦੇ ਵਿੱਚ 1 UK ਦੇ ਬਦਲੇ ਜਦੋਂ 70 ਰੁਪੀਜ਼ ਦਿੱਤੇ ਜਾਂਦੇ ਸੀ, ਤਾਂ ਹੁਣ ਉਹਦੇ ਬਦਲੇ 1 UK ਦੇ ਬਦਲੇ 50 ਰੁਪੀਜ਼ ਪੇ ਕਰਨੇ ਪੈਂਦੇ ਨੇ, ਤਾਂ ਮੀਨ ਸਾਨੂੰ ਆਪਣੀ ਕਰੰਸੀ ਨੂੰ ਦੂਜੇ ਦੇਸ਼ ਦੇ ਵਿੱਚ ਘੱਟ ਭੇਜਣਾ ਪੈਂਦਾ, ਦੂਸਰੀ ਕੰਟਰੀ ਦੀ ਕਰੰਸੀ ਦੇ ਵਿੱਚ ਚੇਂਜ ਕਰਨ ਦੇ ਲਈ ਸਾਨੂੰ ਘੱਟ ਰੁਪੀਜ਼ ਦੇਣੇ ਪੈਂਦੇ ਨੇ। ਬਟ ਜੇ ਸਾਨੂੰ ਵੱਧ ਦੇਣੇ ਪੈਂਦੇ ਤਾਂ ਉਹਦੇ ਨਾਲ ਕੀ ਹੋ ਜਾਣਾ ਸੀ, ਸਾਡੀ ਕਰੰਸੀ ਡੈਪਰੀਸ਼ੀਏਟ ਹੋ ਜਾਣੀ ਸੀ। ਬਟ ਹੁਣ ਜਦੋਂ ਘੱਟ ਦੇਣੇ ਪੈਣਗੇ ਤਾਂ ਸਾਡੀ ਕਰੰਸੀ ਕੀ ਹੋ ਗਈ? ਵੈਲਿਊ ਐਪਰੀਸ਼ੀਏਟ ਹੋ ਗਈ, ਵੈਲਿਊ ਵੱਧ ਗਈ। ਠੀਕ ਹੈ।